ਰਾਜਨਾਥ ਜਿਹੜਾ ਰੱਖਿਆ ਮੰਤਰੀ ਹੈ, ਜਿਹਨੂੰ ਪਿਛਲੇ ਸਮੇਂ 'ਚ ਅਸੀਂ ਕਹਿੰਦੇ ਹਾਂ ਵੀ ਇਸ ਕਲਿੱਕ ਨੇ ਜਿਹੜਾ ਅਮਿਤ ਸ਼ਾਹ ਤੇ ਮੋਦੀ ਦਾ ਕਲਿੱਕ ਹੈ ਉਹਨੂੰ ਸਾਈਡ ਲਾਈਨ ਕੀਤਾ ਹੋਇਆ ਸੀ, ਕਾਰਨਰ ਕੀਤਾ ਹੋਇਆ ਸੀ। ਕੱਲ੍ਹ ਇਸ ਅੰਦੋਲਨ ਦੀ ਬਦੌਲਤ ਇਹਦੇ ਦਬਾਅ ਦੇ ਸਦਕਾ ਰਾਜਨਾਥ ਨੂੰ ਕਹਿਣਾ ਪਿਆ ਕਿ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰੋ ਔਰ ਉਹਨਾਂ ਲਈ ਗੱਲਬਾਤ ਦੇ ਦਰਵਾਜ਼ੇ ਖੋਲ੍ਹੋ। ਜੇ ਅੰਦੋਲਨ ਇਸ ਤਰ੍ਹਾਂ ਹੀ ਲੰਬਾ ਹੁੰਦਾ ਗਿਆ ਸਾਡਾ ਨੁਕਸਾਨ ਨਹੀਂ ਹੋਣਾ, ਇਹ ਨੁਕਸਾਨ ਬੀਜੇਪੀ ਦਾ ਬਹੁਤ ਵੱਡਾ ਕਰੇਗਾ ਸਿਆਸੀ ਤੌਰ ਦੇ ਉੱਪਰ। ਉਹਨਾਂ ਦਾ ਵੋਟ ਬੈਂਕ ਖੁਰੇਗਾ, ਉਹਨਾਂ ਨੂੰ ਸਿਆਸੀ ਨੁਕਸਾਨ ਬੜਾ ਹੋਣਾ ਹੈ, ਤਾਂ ਉਹਨਾਂ ਦੇ ਅੰਦਰ ਭੰਨ ਤੋੜ ਹੋਣੀ ਹੈ। ਸੋ ਆਉਣ ਵਾਲੀ ਜਿਹੜੀ ਇਲੈਕਸ਼ਨ ਮੈਂ ਕਹਾਂਗਾ 2024 ਦੀ ਹੋਏਗੀ, ਉਹ ਜੇ ਇਹ ਅੰਦੋਲਨ ਇਸ ਤਰ੍ਹਾਂ ਹੀ ਲੰਬਾ ਚੱਲਦਾ ਗਿਆ ਉਹ ਕਿਸਾਨੀ ਮੁੱਦਿਆਂ ਦੇ ਉੱਪਰ ਹੋਏਗੀ। ਹੋਰ ਕੋਈ ਮੁੱਦਾ ਨਹੀਂ ਦੇਸ਼ ਦੇ ਸਾਹਮਣੇ ਰਹਿਣਾ। ਇਹਨਾਂ ਨੇ ਇੱਕਦਮ ਜਿਹੜਾ ਉੱਥੇ ਐਂਬੈਸਡਰ ਹੈ ਉਹਨੂੰ ਕਾਲ ਕੀਤਾ, ਕਿਹਾ ਵੀ ਥੋੜੀ ਪਾਰਲੀਮੈਂਟ 'ਚ ਬਹਿਸ ਕਿਉਂ ਹੋਈ। ਇੱਥੇ ਹੀ ਬਸ ਨਹੀਂ, ਇਹ ਮੋਰਚੇ ਨੇ ਬੀਜੇਪੀ ਦੇ ਅੰਦਰ ਬੜਾ ਕੁਝ ਹੁਣ ਥੋੜੇ ਸਾਹਮਣੇ ਆ ਰਿਹਾ ਹੈ। ਹੁਣ ਉੱਪਰ ਆਉਣਾ ਸ਼ੁਰੂ ਹੋ ਗਿਆ, ਜਿਹੜੀ ਵਿਰੋਧੀ ਸੁਰਾਨ ਹੈ ਜਾਂ ਬੀਜੇਪੀ ਦੇ ਅੰਦਰ ਦੀ ਜਿਹੜੀ ਭੰਨ ਤੋੜ ਹੈ ਉਹ ਵੀ ਸ਼ੁਰੂ ਹੋ ਗਈ ਹੈ। ਕੋਈ ਸਮਾਂ ਸੀ ਜਦੋਂ ਕਿਸਾਨਾਂ ਦੀ ਗੱਲ ਹੀ ਨਹੀਂ ਸੀ ਹੁੰਦੀ, ਖੇਤੀ ਦੀ ਗੱਲ ਹੀ ਨਹੀਂ ਸੀ ਹੁੰਦੀ, ਹੋਰ ਮੁੱਦਿਆਂ ਤੇ ਸਰਕਾਰ ਭਟਕਾ ਦਿੰਦੀ ਸੀ ਲੋਕਾਂ ਨੂੰ। ਕਦੇ 370 ਤੇ, ਕਦੇ ਬਾਲਾਕੋਟ ਤੇ, ਕਦੇ ਸ਼ਹੀਨ ਬਾਗ ਦਾ ਆ ਗਿਆ, ਕਦੇ GST ਆ ਗਈ, ਔਰ ਬਥੇਰੇ ਮੁੱਦੇ ਸਨ। ਸਰਕਾਰ ਅਸਲ ਮੁੱਦੇ ਵੱਲ ਨਹੀਂ ਸੀ ਆਉਣ ਦਿੰਦੀ। ਇਹ ਬਿਲਕੁਲ ਜਿਹੜਾ ਵਾਇਓਲੇਸ਼ਨ ਹੋ ਰਹੀ ਹੈ ਹਿਊਮਨ ਰਾਈਟਸ ਦੀ, ਇਹ ਬਹੁਤ ਬੜੀ ਆਵਾਜ਼ ਬੁਲੰਦ ਕੀਤੀ ਹੈ। ਔਰ ਲੋਅਰ ਹਾਊਸ ਨੇ ਅੱਜ ਤੋਂ ਕੁਝ ਦਿਨ ਪਹਿਲਾਂ ਉਹਦੇ ਬਹਿਸ ਹੋ ਕੇ ਉਹਨਾਂ ਨੇ ਮਤਾ ਪਾਸ ਕੀਤਾ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਕਹੋ ਉਹ ਕਿਸਾਨਾਂ ਦੀ ਹੱਕੀ ਮੰਗਾਂ ਨੂੰ ਪ੍ਰਵਾਨ ਕਰੇ ਔਰ ਉਹਨਾਂ ਦੇ ਜਮਹੂਰੀ ਹੱਕਾਂ ਜਿਹੜੇ ਛਾਪੇ ਮਾਰ ਰਹੀ ਹੈ ਉਹਨੂੰ ਬੰਦ ਕਰੇ। ਪਰ ਸਾਡੀ ਸਰਕਾਰ ਬੜੀ ਘਬਰਾਈ ਸੀ ਉਸ ਤੋਂ। D5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਗੁਰਤੇਜ ਸਿੰਘ ਥੂਹੀ। ਤਸਵੀਰਾਂ ਤੁਹਾਨੂੰ ਸਿੰਘੂ ਬਾਰਡਰ ਦਿੱਲੀ ਦੀਆਂ ਦਿਖਾ ਰਿਹਾ, ਜਿੱਥੇ ਅੱਜ ਤੁਹਾਡੀ ਗੱਲਬਾਤ ਜਿਹੜੀ ਹੈ ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਨਾਲ ਕਰਵਾਵਾਂਗੇ। ਕਾਰਪੋਰੇਟ ਘਰਾਣੇ ਅੱਜ ਤੋਂ 10-15 ਸਾਲ ਪਹਿਲਾਂ ਉਹ ਲੱਗੇ ਹੋਏ ਨੇ ਵੀ ਆਦੀਵਾਸੀਆਂ ਨੂੰ ਉਜਾੜ ਦਿਓ, ਉਹਨਾਂ ਦੇ ਜੰਗਲਾਂ 'ਤੇ ਵੀ ਕਬਜ਼ੇ ਕਰੋ, ਜ਼ਮੀਨ 'ਤੇ ਵੀ ਕਬਜ਼ਾ ਕਰੋ, ਕਿਉਂਕਿ ਜ਼ਮੀਨ ਦੇ ਅੰਦਰ ਖਣਿਜ ਪਦਾਰਥ ਇੰਨੇ ਮਹਿੰਗੇ ਨੇ। ਇਹਦੇ ਅੰਦਰ ਹੀ ਲੋਹਾ, ਇਹਦੇ ਅੰਦਰ ਹੀ ਸੋਨਾ, ਇਹਦੇ ਅੰਦਰ ਹੀ ਚਾਂਦੀ ਹੈ, ਇਹਦੇ ਅੰਦਰ ਹੀ ਸਾਰੇ ਖਣਿਜ ਪਦਾਰਥ ਨੇ ਮਹਿੰਗੇ ਤੋਂ ਮਹਿੰਗੇ। ਇਸ ਲਈ ਉਹਨਾਂ ਆਦੀਵਾਸੀਆਂ ਨੂੰ ਉਜਾੜ ਕੇ ਕਿੰਨੇ ਸਾਲ ਪਹਿਲਾਂ ਉਹ ਵਿਚਾਰੇ ਲੜ ਰਹੇ ਨੇ। ਕਦੇ ਸਰਕਾਰ ਮਾਓਇਸਟ ਕਹਿੰਦੀ ਹੈ, ਕਦੇ ਕੁਝ ਕਹਿੰਦੀ ਹੈ ਉਹਨਾਂ ਨੂੰ, ਪਰ ਹੈ ਉਹ ਕਿਸਾਨ ਨੇ। ਉਹਨਾਂ ਦੇ ਉੱਪਰ ਜ਼ਬਰ ਹੋ ਰਿਹਾ, ਉਹਨਾਂ ਦੀ ਜ਼ਮੀਨਾਂ ਦੇ ਧੱਕੇ ਦੇ ਕਬਜ਼ੇ ਹੋ ਰਹੇ ਨੇ। ਕਾਰਪੋਰੇਟ ਸੈਕਟਰ ਜੰਗਲਾਂ ਦੀ ਤਬਾਹੀ ਵੀ ਕਰ ਰਿਹਾ, ਸਾਡੇ ਵਾਤਾਵਰਨ ਨੂੰ, এনवायरमेंट ਦਾ ਵੀ ਬਰਬਾਦੀ ਕਰ ਰਿਹਾ। ਇਸ ਦੇ ਉੱਪਰ ਉਹਦੇ ਉੱਪਰ ਵੀ ਲੱਗਿਆ ਹੋਇਆ। ਪੱਛਮੀ ਬੰਗਾਲ ਜਿਸੇ ਚੋਣਾਂ ਹੋ ਰਹੀਆਂ ਨੇ, ਪੱਛਮੀ ਬੰਗਾਲ 'ਚ ਵੀ ਤੁਸੀਂ ਕਹੋ ਬੇਸਿਕ ਲੜਾਈ ਜਿਹੜੀ ਮਾਂ ਮਿੱਟੀ ਔਰ ਮਨੁੱਖ ਹੈ ਇਹਦੀ ਲੜਾਈ ਸੀ। ਮਿੱਟੀ ਜ਼ਮੀਨ ਜਦੋਂ ਨੰਦੀਗ੍ਰਾਮ ਤੇ ਸੰਗੂਰ ਦੇ ਵਿੱਚ ਜਿਹੜਾ ਨੈਨੋ ਫੈਕਟਰੀ ਲਾਉਣ ਲਈ ਜ਼ਮੀਨ ਅਕਵਾਇਰ ਕੀਤੀ, ਸਭ ਤੋਂ ਪਹਿਲਾਂ ਲੜਾਈ ਉੱਥੇ ਚੱਲੀ। ਕਿਸਾਨਾਂ ਨੂੰ ਨਾ ਮਾਤਰ ਮੁਆਵਜ਼ੇ ਦਿੱਤੇ ਗਏ, ਨਾ ਉਹਨਾਂ ਦਾ ਮੁੜ ਵਸੇਬਾ ਕੀਤਾ ਗਿਆ ਔਰ ਨਾ ਉਹਨਾਂ ਦਾ ਕੋਈ ਹੋਰ ਰੁਜ਼ਗਾਰ ਦਾ ਸਾਧਨ ਸੀ। ਤਾਂ ਇਸ ਲਈ ਲੜਾਈ ਉੱਥੋਂ ਸ਼ੁਰੂ ਹੋਈ ਜ਼ਮੀਨਾਂ ਦੀ ਰਾਖੀ ਲਈ। ਔਰ ਮੈਂ ਕਹਾਂਗਾ ਕਿ 2011 ਤੋਂ ਪਹਿਲਾਂ ਮਮਤਾ ਬੈਨਰਜੀ ਇਸ ਮੁੱਦੇ ਦੇ ਉੱਪਰ ਲੜ ਕੇ, ਜਿਹੜੇ ਮੁੱਦੇ 'ਤੇ ਅੱਜ ਪੰਜਾਬ ਲੜ ਰਿਹਾ ਜ਼ਮੀਨਾਂ ਦੀ ਰਾਖੀ ਕਰਨ ਦੀ ਕਾਰਪੋਰੇਟ ਘਰਾਣਿਆਂ ਤੋਂ ਜਾਂ ਵੱਡੇ ਪੂੰਜੀਪਤੀਆਂ ਤੋਂ, ਮਮਤਾ ਬੈਨਰਜੀ ਨੇ ਲੜਾਈ ਸ਼ੁਰੂ ਕੀਤੀ। ਉੱਥੇ ਉਹ ਇੱਕ ਪਿੰਡ ਦੀ ਇੱਕ ਕਿਸਾਨ ਤੱਕ ਦਸਤਕ ਦਿੱਤੀ ਔਰ ਉਹ ਲੜਾਈ ਬਲਵਾਨ ਹੋਈ, ਤਕੜੀ ਹੋਈ। 2011 ਦੀ ਇਲੈਕਸ਼ਨ ਦੇ ਵਿੱਚ ਜਿਹੜੀ ਪੱਛਮੀ ਬੰਗਾਲ 'ਚ 35 ਸਾਲ ਕਮਿਊਨਿਸਟਾਂ ਦੀ ਸਰਕਾਰ ਸੀ, ਉਹਦੀਆਂ ਜੜ੍ਹਾਂ ਉਖੜ ਗਈਆਂ ਔਰ ਮਮਤਾ ਬੈਨਰਜੀ ਸਰਕਾਰ ਬਣੀ। ਸਵਾਲ ਇੱਕੋ ਹੀ ਸੀ ਕਿ ਜ਼ਮੀਨਾਂ ਦੀ ਰਾਖੀ ਦਾ ਸਵਾਲ ਸੀ, ਉਹਦੇ ਲਈ ਅੱਗੇ ਆਈ। ਅੱਜ ਵੀ ਪੱਛਮੀ ਬੰਗਾਲ ਦੇ ਵਿੱਚ ਅੱਜ ਵੀ ਇਹ ਸਵਾਲ ਹੈ। ਅੱਜ ਬੀਜੇਪੀ ਉੱਥੇ ਜਾ ਰਹੀ ਹੈ, ਬੀਜੇਪੀ ਨਾਲ ਕਾਰਪੋਰੇਟ ਸੈਕਟਰ 'ਤੇ ਜਾ ਰਿਹਾ ਹੈ। ਜੋ ਪੰਜਾਬ ਹਰਿਆਣਾ ਇੱਥੇ ਕਰਨਾ ਚਾਹੁੰਦਾ ਹੈ, ਅੱਜ ਪੱਛਮੀ ਬੰਗਾਲ ਦੇ ਵਿੱਚ ਵੀ, ਉਹਨਾਂ ਸੂਬਿਆਂ ਦੇ ਵਿੱਚ ਵੀ ਉਹਨਾਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ 'ਤੇ ਕਬਜ਼ੇ ਕਰਵਾਉਣੇ ਔਰ ਜਿਹੜਾ ਖਾਰਕ ਪਦਾਰਥ ਨੇ ਸਾਰੇ ਉਹਨਾਂ ਦੇ ਉੱਪਰ ਇਜਾਰੇਦਾਰੀ ਕਾਇਮ ਕਰਨੀ, ਉਹਨਾਂ ਨੂੰ ਮੁਨਾਫੇ ਪਹੁੰਚਾਉਣ ਲਈ ਉਹ ਉੱਥੇ ਜਾ ਰਿਹਾ। ਇਸ ਲਈ ਉਹਨੂੰ ਬੀਜੇਪੀ ਨੂੰ ਉਸਦੀ ਖਤਰਨਾਕ ਨੀਤੀ ਨੂੰ ਉਹਨੂੰ ਡਿਫੀਟ ਕਰਨਾ ਸਾਰੇ ਦੇਸ਼ ਦੇ ਵਿੱਚ, ਮੈਂ ਕਹਿੰਦਾ ਸਾਰੇ ਲੋਕਾਂ ਦਾ ਪ੍ਰਥਮ ਕਾਰਜ ਹੈ। ਇਹ ਰਾਜਨੀਤੀ ਕੋਈ ਨਹੀਂ, ਅਸੀਂ ਉੱਥੇ ਕੋਈ ਰਾਜਨੀਤੀ ਕਰਨ ਨਹੀਂ ਗਏ। ਸਾਡੇ ਆਗੂਆਂ ਨੇ ਉੱਥੇ ਜਾ ਕੇ ਕਿਹਾ ਵੀ ਤੁਸੀਂ ਬੀਜੇਪੀ ਨੂੰ ਡਿਫੀਟ ਕਰੋ, ਕੋਈ ਵੀ ਕੈਂਡੀਡੇਟ ਆ ਬੀਜੇਪੀ ਨੂੰ ਹਰਾ ਸਕਦਾ, ਵੋਟ ਉਹਨੂੰ ਪਾਓ। ਅਸੀਂ ਨੇ ਕਿਹਾ ਤੁਸੀਂ ਵੋਟ ਮਮਤਾ ਬੈਨਰਜੀ ਨੂੰ ਪਾਓ, CPM ਨੂੰ ਪਾਓ, ਕਾਂਗਰਸ ਨੂੰ ਪਾਓ ਜਾਂ ਕਿਸੇ ਹੋਰ ਪਾਰਟੀ ਨੂੰ ਪਾਓ। ਸਾਡਾ ਉਦੇਸ਼ ਬੀਜੇਪੀ ਨੂੰ ਟਾਰਗੇਟ ਕਰਨਾ ਹੈ, ਜਿਹੜੀ ਦੇਸ਼ ਦੇ ਲੋਕਾਂ ਦੀ ਔਰ ਦੇਸ਼ ਦੀ ਮੁੱਖ ਦੁਸ਼ਮਣ ਜਮਾਤ ਹੈ। ਅੱਜ ਲੜਾਈ ਉਹਦੇ ਖਿਲਾਫ ਹੈ। ਜਿੱਥੇ ਇੱਕ ਪਾਸੇ ਪ੍ਰਧਾਨ ਮੰਤਰੀ ਦੇ ਜਿਹੜੇ ਪ੍ਰਮੁੱਖ ਸਲਾਹਕਾਰ ਨੇ ਉਹਨਾਂ ਨੇ ਅਸਤੀਫਾ ਦਿੱਤਾ ਹੈ,
ਉੱਥੇ ਹੀ ਬਰਤਾਨੀਆ ਦੇ ਵਿੱਚ ਸੰਸਦ ਦੇ ਵਿੱਚ ਵੀ ਜਿਹੜੀ ਹੈਗੀ ਭਾਰਤ ਦੇ ਵਿੱਚ ਮਨੁੱਖੀ ਅਧਿਕਾਰਾਂ ਤੇ ਜਿਹੜੀ ਹੈ ਉੱਥੇ ਬਹਿਸ ਹੋਈ ਹੈ। ਸੋ ਪ੍ਰਧਾਨ ਮੰਤਰੀ ਜਿਹੜੇ ਬਰਤਾਨੀਆ ਦੇ ਉਹ ਵੀ ਅਪ੍ਰੈਲ ਦੇ ਵਿੱਚ ਦੌਰੇ ਤੇ ਆ ਰਹੇ ਨੇ ਤੇ ਉਹਨਾਂ ਦੇ ਦਬਾਅ ਹੈ ਕਿ ਉਹ ਇੱਥੋਂ ਦੀ ਸਰਕਾਰ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ। ਕਿਵੇਂ ਦੇਖਦੇ ਹੋ ਮੌਜੂਦਾ ਹਾਲਾਤਾਂ ਨੂੰ? ਦੇਖੋ, ਸਾਡੀ ਐਜੀਟੇਸ਼ਨ ਦੀ ਇਹ ਵੀ ਪ੍ਰਾਪਤੀ ਹੈ। ਐਜੀਟੇਸ਼ਨ ਸਾਰੇ ਦੇਸ਼ ਫੈਲੀ, ਵਿਦੇਸ਼ਾਂ 'ਚ ਇਸ ਦੀ ਦਸਤਕ ਹੈ। ਇਕੱਲੇ ਦੇਸ਼ ਦੇ ਵਿੱਚ ਅੱਜ ਬ੍ਰਿਟਿਸ਼ ਦੇ, ਇੰਗਲੈਂਡ ਦੇ ਜਿਹੜਾ ਉੱਚਾ ਸਦਨ ਹੈ, ਉਹਨੇ ਮਨੁੱਖੀ ਅਧਿਕਾਰਾਂ ਦਾ ਜਿਹੜਾ ਹਨਨ ਇੱਥੇ ਹੋ ਰਿਹਾ, ਸ਼ਹਿਰੀ ਆਜ਼ਾਦੀਆਂ, ਜਮਹੂਰੀ ਹੱਕਾਂ ਦੇ ਛਾਪੇ ਮਾਰੀ ਹੈ ਸਰਕਾਰ, ਉਹਦੇ ਖਿਲਾਫ ਆਵਾਜ਼ ਉਠਾਈ ਹੈ। ਔਰ ਇਹ ਵੀ ਕਿਹਾ ਵੀ ਉਹ ਪ੍ਰਧਾਨ ਮੰਤਰੀ ਜਿਹਨੇ ਸਾਡੇ ਦੇਸ਼ 'ਚ ਆਉਣਾ ਹੈ ਵੀ ਜਾ ਕੇ ਉਸ ਦੇਸ਼ ਦੇ ਵਿੱਚ ਤੁਸੀਂ ਆਵਾਜ਼ ਉਠਾਓ। ਸਾਡੇ ਮੋਰਚੇ ਨਾਲ ਕੀ ਹੋ ਰਿਹਾ ਤੁਸੀਂ ਦੇਖੋ। ਪਿਛਲੇ 3.5 ਮਹੀਨੇ ਤੋਂ ਨਾ ਪੱਤਰਕਾਰਾਂ ਨੂੰ ਬਖਸ਼ਿਆ, ਨਾ ਕਲਾਕਾਰਾਂ ਨੂੰ ਬਖਸ਼ਿਆ, ਨਾ ਕਿਸਾਨਾਂ ਨੂੰ, ਨਾ ਕਿਸਾਨ ਵਰਕਰਾਂ ਨੂੰ। ਝੂਠੇ ਮੁਕੱਦਮੇ, ਹਰ ਕਿਸਮ ਦਾ ਜਬਰ ਹੈ ਜਿਹੜਾ ਕੀਤਾ, ਜਬਰ ਜਾਰੀ ਹੈ ਹੁਣ ਤੱਕ। ਇਹ ਸਾਡੇ ਸੰਵਿਧਾਨ ਦੀ ਵੀ ਉਲੰਘਣਾ ਹੈ, ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ। ਸੜਕਾਂ ਪੁੱਟੀਆਂ ਗਈਆਂ, ਬੈਰੀਕੇਡ ਲਾਏ ਗਏ, ਸਰੀਏ ਲਾਏ ਗਏ। ਸਾਡਾ ਸੜਕਾਂ ਬਣਾਉਣਾ ਕੰਮ ਹੈ ਕਿ ਸੜਕਾਂ ਪੱਟਣਾ ਕੰਮ ਹੈ? ਇਹ ਬਿਲਕੁਲ ਜਿਹੜਾ ਵਾਇਓਲੇਸ਼ਨ ਹੋ ਰਹੀ ਹੈ ਹਿਊਮਨ ਰਾਈਟਸ ਦੀ, ਇਹ ਬਹੁਤ ਬੜੀ ਆਵਾਜ਼ ਬੁਲੰਦ ਕੀਤੀ ਹੈ। ਔਰ ਲੋਅਰ ਹਾਊਸ ਨੇ ਅੱਜ ਤੋਂ ਕੁਝ ਦਿਨ ਪਹਿਲਾਂ ਉਹਦੇ ਬਹਿਸ ਹੋਈ, ਬਹਿਸ ਹੋ ਕੇ ਉਹਨਾਂ ਨੇ ਮਤਾ ਪਾਸ ਕੀਤਾ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਕਹੋ ਉਹ ਕਿਸਾਨਾਂ ਦੀ ਹੱਕੀ ਮੰਗਾਂ ਨੂੰ ਪ੍ਰਵਾਨ ਕਰੇ ਔਰ ਉਹਦੇ ਜਮਹੂਰੀ ਹੱਕਾਂ ਜਿਹੜੇ ਛਾਪੇ ਮਾਰ ਰਹੀ ਹੈ ਉਹਨੂੰ ਬੰਦ ਕਰੇ। ਪਰ ਸਾਡੀ ਸਰਕਾਰ ਬੜੀ ਘਬਰਾਈ ਸੀ ਉਸ ਤੋਂ। ਇਹਨਾਂ ਨੇ ਇੱਕਦਮ ਜਿਹੜਾ ਉੱਥੇ ਐਂਬੈਸਡਰ ਹੈ ਉਹਨੂੰ ਕਾਲ ਕੀਤਾ, ਕਿਹਾ ਵੀ ਥੋੜੀ ਪਾਰਲੀਮੈਂਟ 'ਚ ਬਹਿਸ ਕਿਉਂ ਹੋਈ। ਇੱਥੇ ਹੀ ਬਸ ਨਹੀਂ, ਇਹ ਮੋਰਚੇ ਨੇ ਬੀਜੇਪੀ ਦੇ ਅੰਦਰ ਬੜਾ ਕੁਝ ਹੁਣ ਥੋੜੇ ਸਾਹਮਣੇ ਆ ਰਿਹਾ ਹੈ। ਹੁਣ ਉੱਪਰ ਆਉਣਾ ਸ਼ੁਰੂ ਹੋ ਗਿਆ। ਜਿਹੜੀ ਵਿਰੋਧੀ ਸੁਰਾਨ ਹੈ ਜਾਂ ਬੀਜੇਪੀ ਦੇ ਅੰਦਰ ਜਿਹੜੀ ਭੰਨ ਤੋੜ ਹੈ ਉਹ ਵੀ ਸ਼ੁਰੂ ਹੋ ਗਈ ਹੈ। ਇੱਕ ਗਵਰਨਰ ਦਾ ਕਹਿਣਾ, ਅੱਛਾ ਉਹਦੇ ਜਿਹੜਾ ਅੱਜ ਉਸਦਾ ਪੀਏ ਉਸਦਾ ਅਸਤੀਫਾ ਦੇਣਾ, ਜਾਂ ਰਾਜਨਾਥ ਜਿਹੜਾ ਰੱਖਿਆ ਮੰਤਰੀ ਹੈ ਜਿਹਨੂੰ ਪਿਛਲੇ ਸਮੇਂ 'ਚ ਅਸੀਂ ਕਹਿੰਦੇ ਹਾਂ ਵੀ ਇਸ ਕਲਿੱਕ ਨੇ, ਜਿਹੜਾ ਅਮਿਤ ਸ਼ਾਹ ਤੇ ਮੋਦੀ ਦਾ ਕਲਿੱਕ ਹੈ, ਉਹਨੂੰ ਸਾਈਡ ਲਾਈਨ ਕੀਤਾ ਹੋਇਆ ਸੀ, ਕਾਰਨਰ ਕੀਤਾ ਹੋਇਆ ਸੀ। ਕੱਲ੍ਹ ਇਸ ਅੰਦੋਲਨ ਦੀ ਬਦੌਲਤ, ਇਹਦੇ ਦਬਾਅ ਦੇ ਸਦਕਾ ਰਾਜਨਾਥ ਨੂੰ ਕਹਿਣਾ ਪਿਆ ਕਿ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰੋ ਔਰ ਉਹਨਾਂ ਲਈ ਗੱਲਬਾਤ ਦੇ ਦਰਵਾਜ਼ੇ ਖੋਲ੍ਹੋ। ਆਉਣ ਵਾਲੇ ਸਮੇਂ 'ਚ ਵੀ ਦੇਖਣਾ ਹੈ, ਜੇ ਅੰਦੋਲਨ ਇਸ ਤਰ੍ਹਾਂ ਹੀ ਲੰਬਾ ਹੁੰਦਾ ਗਿਆ ਸਾਡਾ ਨੁਕਸਾਨ ਨਹੀਂ ਹੋਣਾ, ਇਹ ਨੁਕਸਾਨ ਬੀਜੇਪੀ ਦਾ ਬਹੁਤ ਵੱਡਾ ਕਰੇਗਾ ਸਿਆਸੀ ਤੌਰ ਦੇ ਉੱਪਰ। ਉਹਨਾਂ ਦਾ ਵੋਟ ਬੈਂਕ ਖੁਰੇਗਾ, ਉਹਨਾਂ ਨੂੰ ਸਿਆਸੀ ਨੁਕਸਾਨ ਬੜਾ ਹੋਣਾ, ਤਾਂ ਉਹਨਾਂ ਦੇ ਅੰਦਰ ਭੰਨ ਤੋੜ ਹੋਣੀ ਹੈ। ਸੋ ਆਉਣ ਵਾਲੀ ਜਿਹੜੀ ਇਲੈਕਸ਼ਨ ਮੈਂ ਕਹਾਂਗਾ 2024 ਦੀ ਹੋਏਗੀ, ਉਹ ਜੇ ਇਹ ਅੰਦੋਲਨ ਇਸ ਤਰ੍ਹਾਂ ਹੀ ਲੰਬਾ ਚੱਲਦਾ ਗਿਆ ਉਹ ਕਿਸਾਨੀ ਮੁੱਦਿਆਂ ਦੇ ਉੱਪਰ ਹੋਏਗੀ। ਹੋਰ ਕੋਈ ਮੁੱਦਾ ਨਹੀਂ ਦੇਸ਼ ਦੇ ਸਾਹਮਣੇ ਰਹਿਣਾ। ਔਰ ਅੱਜ ਵੀ ਜਿਹੜਾ ਅੰਦੋਲਨ ਹੈ ਇਸ ਗੱਲ ਦੇ ਵਿੱਚ ਸਫਲ ਹੋਇਆ ਕਿ ਦੇਸ਼ ਦੇ ਟੋਟਲ ਨੈਰੇਟਿਵ ਨੂੰ, ਜਿਹਨੂੰ ਆਪਾਂ ਗੱਲਬਾਤ ਦਾ ਵਾਰਤਾਲਾਪ ਕਹਿੰਦੇ ਆ, ਅੱਜ ਉਹ ਬਦਲ ਗਿਆ। ਕੋਈ ਸਮਾਂ ਸੀ ਜਦੋਂ ਕਿਸਾਨਾਂ ਦੀ ਗੱਲ ਹੀ ਨਹੀਂ ਸੀ ਹੁੰਦੀ, ਖੇਤੀ ਦੀ ਗੱਲ ਹੀ ਨਹੀਂ ਸੀ ਹੁੰਦੀ, ਹੋਰ ਮੁੱਦਿਆਂ ਤੇ ਸਰਕਾਰ ਭਟਕਾ ਦਿੰਦੀ ਸੀ ਲੋਕਾਂ ਨੂੰ। ਕਦੇ 370 ਤੇ, ਕਦੇ ਬਾਲਾਕੋਟ ਤੇ, ਕਦੇ ਸ਼ਹੀਨ ਬਾਗ ਦਾ ਆ ਗਿਆ, ਕਦੇ GST ਆ ਗਈ, ਔਰ ਬਥੇਰੇ ਮੁੱਦੇ ਸਨ। ਸਰਕਾਰ ਅਸਲ ਮੁੱਦੇ ਵੱਲ ਨਹੀਂ ਸੀ ਆਉਣ ਦਿੰਦੀ। ਇਹ ਕਿਸਾਨ ਨੇ, ਸਾਡੇ ਅੰਦੋਲਨ ਦੀ ਪ੍ਰਾਪਤੀ ਹੈ, ਐਜੀਟੇਸ਼ਨ ਦੀ ਪ੍ਰਾਪਤੀ ਹੈ, ਜਿਹਨੇ ਅੱਜ ਦੇਸ਼ ਦੇ ਵਿੱਚ ਨੈਰੇਟਿਵ ਚੇਂਜ ਕਰ ਦਿੱਤਾ ਹੈ। ਤੁਸੀਂ ਜਿੱਥੇ ਮਰਜ਼ੀ ਬੈਠੋ, ਦੇਸ਼ ਦੇ ਕਿਸੇ ਸੂਬੇ 'ਚ ਬੈਠੋ, ਬਾਹਰਲੇ ਦੇਸ਼ਾਂ 'ਚ ਜਾਓ, ਸਭ ਤੋਂ ਪਹਿਲਾਂ ਗੱਲਬਾਤ ਦਾ ਵਿਸ਼ਾ ਉਹ ਕਿਸਾਨੀ ਮੁੱਦੇ ਹੋਣਗੇ, ਦੇਸ਼ ਦਾ ਅੰਦੋਲਨ ਹੋਏਗਾ। ਇਹ ਬਹੁਤ ਵੱਡੀ ਪ੍ਰਾਪਤੀ ਹੈ। ਸਰਕਾਰ ਨੂੰ ਮਜਬੂਰ ਕੀਤਾ ਹੈ ਇਸ ਕਿਸਮ ਦੇ ਖੇਤਰ ਤੇ ਇੱਕ ਬਹਿਸ ਚਲਾਉਣ ਲਈ। ਦੇਸ਼ ਦੇ ਵਿੱਚ ਜਿਹੜੇ ਖੇਤਰ ਨੂੰ ਬਿਲਕੁਲ ਅੱਖੋਂ ਪਰੋਖੇ ਕੀਤਾ ਹੋਇਆ ਸੀ, ਉਹ ਕਹਿੰਦੇ ਜੀ ਸਰਵਿਸ ਸੈਕਟਰ ਹੀ ਸਾਨੂੰ ਬਹੁਤ ਵੱਡਾ ਹੈ, ਸਾਨੂੰ ਇੰਡਸਟਰੀ ਬਹੁਤ ਵੱਡੀ ਹੈ, ਕੰਪਿਊਟਰਾਈਜੇਸ਼ਨ ਚਾਹੀਦੀ ਹੈ, ਸਾਨੂੰ ਆਟੋਮੇਸ਼ਨ ਚਾਹੀਦੀ ਹੈ, ਖੇਤੀਬਾੜੀ ਖੇਤਰ ਤੋਂ ਕੁਝ ਨਹੀਂ ਲੈਣਾ। ਪਰ ਅੱਜ ਇਹ ਪਤਾ ਚੱਲਿਆ, ਕਰੋਨਾ ਮਹਾਮਾਰੀ ਦੇ ਵਿੱਚ ਪਤਾ ਚੱਲਿਆ ਸਰਕਾਰ ਨੂੰ ਕਿ ਬਾਕੀ ਜਿਹੜੇ ਸਾਰੇ ਆਰਥਿਕਤਾ ਦੇ ਖੇਤਰ ਸਨ ਉਹ ਤਾਂ ਡਗਮਗਾ ਗਏ ਸਨ। ਸਭ ਦਾ ਗਰੋਥ ਰੇਟ ਥੱਲੇ ਗਿਆ ਇੱਕ ਕਰਕੇ, ਟੋਟਲ GDP 24% ਥੱਲੇ ਗਈ। ਕੇਵਲ ਖੇਤੀਬਾੜੀ ਸੀ ਜਿਹਦੇ ਵਿੱਚ ਕਿਸਾਨ ਨਾ ਉਹਨਾਂ ਨੇ ਕਰੋਨਾ ਨੂੰ ਦੇਖਿਆ, ਨਾ ਗਰਮੀ ਦੇਖਦੇ, ਨਾ ਸਰਦੀ ਦੇਖਦੇ, ਹੱਡ ਭੰਨ ਕੇ ਮਿਹਨਤ ਕੀਤੀ ਔਰ ਵਿਕਾਸ ਦਰ ਦੇ ਵਿੱਚ 4% ਵਾਧਾ ਹੋਇਆ, ਜਿਹੜਾ ਪਹਿਲਾਂ 2.5% ਸੀ। ਇਹ ਕਰੋਨਾ ਦੇ ਵਿੱਚ ਹੀ ਹੋਇਆ। ਜੇ ਅੱਜ ਐਸਾ ਖੇਤਰ ਜਿਹੜਾ ਸਾਡਾ ਇੱਕ ਰੀੜ੍ਹ ਦੀ ਹੱਡੀ ਆਰਥਿਕਤਾ ਦੀ, ਉਸ ਖੇਤਰ ਦੀ ਤਬਾਹੀ ਵਾਲੇ ਕਾਨੂੰਨ ਬਣਾਓਗੇ, ਉਸ ਖੇਤਰ ਨੂੰ ਕਾਰਪੋਰੇਟਾਂ ਨੂੰ ਵੇਚੋਗੇ, ਤਾਂ ਦੇਸ਼ ਹੈ ਜਿਹੜਾ ਵੱਡਾ 130 ਕਰੋੜ ਆਬਾਦੀ ਵਾਲਾ, ਉਹ ਅਨਾਜ ਕਿੱਥੋਂ ਖਾਏਗਾ, ਉਹਦਾ ਕੀ ਬਣੂਗਾ? ਭੁੱਖਮਰੀ ਫੈਲੇਗੀ। ਇਹ ਬਹੁਤ ਵੱਡੀ, ਮੈਂ ਕਹਿੰਦਾ ਵੀ ਅਨਾਰਕੀ ਔਰ ਖਾਨਾ ਜੰਗੀ ਵੱਲ ਦੇਸ਼ ਵਧੇਗਾ ਜੇ ਸਰਕਾਰ ਇਸ ਰਾਹ ਤੋਂ ਪਿੱਛੇ ਨਾ ਮੁੜੀ। ਇਸ ਲਈ ਅੰਦੋਲਨ ਸਰਕਾਰ ਨੂੰ ਮਜਬੂਰ ਕਰ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਬਾਤ ਦੇ ਦਰਵਾਜ਼ੇ ਖੋਲ੍ਹੇ, ਖੇਤੀਬਾੜੀ ਕਾਨੂੰਨ ਰੱਦ ਕਰੇ, MSP ਦੇ ਕਾਨੂੰਨ ਬਣਾਵੇ ਔਰ ਕਿਸਾਨਾਂ ਦੀ ਸਾਰੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰੇ।
ਸੋ ਇਹ ਸੀ ਕਿਸਾਨ ਆਗੂ ਪ੍ਰੇਮ ਸਿੰਘ ਪੰਗੂ ਜਿਨ੍ਹਾਂ ਨੇ ਕਿਹਾ ਹੈ ਕਿ ਇਸ ਅੰਦੋਲਨ ਦੀਆਂ ਵੱਡੀਆਂ ਪ੍ਰਾਪਤੀਆਂ ਨੇ, ਜਿੱਥੇ ਅਸੀਂ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਪੂਰੇ ਦੇਸ਼ ਨੂੰ ਦੱਸਣ ਦੇ ਵਿੱਚ ਸਫਲ ਹੋਇਆ, ਉੱਥੇ ਹੀ ਵਿਦੇਸ਼ਾਂ ਤੋਂ ਵੀ ਕਿਸਾਨਾਂ ਨੂੰ, ਕਿਸਾਨ ਅੰਦੋਲਨ ਨੂੰ ਵੱਡੀ ਹਮਾਇਤ ਮਿਲ ਰਹੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਭਾਜਪਾ ਦੇ ਅੰਦਰ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਪਾਰਟੀ ਆ ਉਹ ਦਫਾੜ ਹੋ ਸਕਦੀ ਹੈ ਔਰ ਭਾਜਪਾ ਨੂੰ ਮਜਬੂਰ ਹੋਣਾ ਪਊਗਾ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣਗੀਆਂ ਔਰ ਲੋਕ ਵਿਰੋਧੀਆਂ ਨੀਤੀਆਂ ਨੇ ਜਿਹੜੀਆਂ ਉਹ ਖਤਮ ਕੀਤੀਆਂ ਜਾਣ। ਸੋ ਦਿੱਲੀ ਕਿਸਾਨ ਮੋਰਚੇ ਤੋਂ ਕੈਮਰਾਮੈਨ ਗੁਰਵੀਰ ਗੁਰੀ ਦੇ ਨਾਲ ਮੈਨੂੰ ਗੁਰਤੇਜ ਥੇ ਨੂੰ ਦਿਓ ਇਜਾਜ਼ਤ। ਧੰਨਵਾਦ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।